ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। ਅੱਜ ਦੂਜੇ ਭਾਗ ਵਿੱਚ ਆਪ ਜੀ ਸੁਣੋਗੇ ਆਜ਼ਾਦ ਦੇਸ਼ ਦਾ ਆਜ਼ਾਦ ਮੀਡੀਆ ਅਤੇ ਸਮਾਂ ਸਮਝਣਾ ਮੰਗਦਾ ਹੈ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ਼ਾਦ ਦੇਸ਼ ਦਾ ਆਜ਼ਾਦ ਮੀਡੀਆ। ਕੁੱਲ ਦੇਸ਼ਾਂ ਦੇ ਅੰਦਰ ਰੇਡੀਓ, ਟੀਵੀ ਅਤੇ ਵੱਡੇ ਅਖਬਾਰ ਲੋਕਾਂ ਅੰਦਰ ਆਮ ਰਾਏ ਪੈਦਾ ਕਰਨ ਅਤੇ ਵਿਚਾਰਾਂ ਨੂੰ ਕਾਬੂ ਹੇਠ ਰੱਖਣ ਦਾ ਕੰਮ ਕਰਦੇ ਹਨ। ਵਿਚਾਰ ਖਿਲਾਰ ਦੀਆਂ ਹੱਦਾਂ ਦੇਸ਼ ਦੀਆਂ ਸਰਕਾਰਾਂ, ਸਿਆਸੀ ਪਾਰਟੀਆਂ ਅਤੇ ਸ਼ਕਤੀਸ਼ਾਲੀ ਕਾਰੋਬਾਰੀਆਂ ਵੱਲੋਂ ਅਣਲਿਖੇ ਮਿਥੀਆਂ ਜਾਂਦੀਆਂ ਹਨ। ਇਹਨਾਂ ਸਭਨਾਂ ਦੇ ਉੱਤੇ ਗੁਆਂਢੀ ਅਤੇ ਦੂਰ ਦੁਰਾਡੇ ਦੇਸ਼ਾਂ ਦੀਆਂ ਵਪਾਰਕ ਅਤੇ ਫੌਜੀ ਸ਼ਕਤੀਆਂ ਦਾ ਪਰਛਾਵਾਂ ਪਿਆ ਰਹਿੰਦਾ ਹੈ। ਘਰੇਲੂ ਖਬਰਾਂ ਦੇ ਰੁਖ ਤਾਂ ਸੂਬਾਈ ਜਾਂ ਕੁੱਲ ਦੇਸੀ ਕੁਰਸੀ ਮੱਲਣ ਦੀਆਂ ਖੇਡਾਂ ਵੱਲ ਲੱਗੇ ਰਹਿੰਦੇ ਹਨ। ਸ਼ਹਿਰਾਂ ਦੀ ਪੱਧਰ ਉੱਤੇ ਇੱਕ ਦੂਜੇ ਉੱਤੇ ਚਿੱਕੜ ਉਛਾਲਣਾ ਹੀ ਇੱਕ ਪ੍ਰਾਪਤੀ ਬਣਦੀ ਰਹਿੰਦੀ ਹੈ। ਅਖਬਾਰਾਂ ਨੂੰ ਪੂਰੀ ਤਰ੍ਹਾਂ ਪੜ੍ਹਨ ਅਤੇ ਘੋਖਣ ਲਈ ਬੇਅੰਤ ਸਮੇਂ ਦੀ ਲੋੜ ਹੁੰਦੀ ਹੈ। ਰਿਟਾਇਰ ਲੋਕ, ਛੋਟੇ ਦੁਕਾਨਦਾਰ ਅਤੇ ਪੇਂਡੂ ਲੋਕ ਜੋ ਵੀ ਇੱਕ ਅੱਧੀ ਅਖਬਾਰ ਖਰੀਦਦੇ ਹਨ, ਉਸ ਦਾ ਪੂਰਾ ਸੱਤ ਕੱਢ ਕੇ ਹਟਦੇ ਹਨ। ਇੱਕ ਪਰਚੇ ਨੂੰ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਗੁਆਂਢੀ ਵੀ ਮੰਗ ਕੇ ਪੜ੍ਹ ਲੈਂਦੇ ਹਨ। ਮੀਡੀਆ ਦੇ ਮਜਬੂਰੀ ਵਸ ਚੁੱਪ-ਚਾਪੀ ਕਾਨੂੰਨ ਖਬਰਾਂ ਨੂੰ ਕੁਖਬਰਾਂ ਬਣਾਉਂਦੇ ਹਨ। ਕਿਸੇ ਖਬਰ ਨੂੰ ਕਾਗਜ਼ ਤੱਕ ਪਹੁੰਚਣ ਵਿੱਚ ਉਸ ਦਾ ਹੁਲੀਆ ਹੀ ਬਦਲ ਜਾਂਦਾ ਹੈ। ਬੇਅਰਥ ਖਬਰਾਂ ਸੁਰਖੀਆਂ ਬਣ ਕੇ ਉੱਭਰਦੀਆਂ ਹਨ। ਪਲਾਂ ਦੇ ਅੰਦਰ ਦੇਸ਼ਾਂ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਸਿਆਸੀ ਨੇਤਾ ਤਰਬਕ ਉੱਠਦੇ ਹਨ ਅਤੇ ਮਾਹੌਲ ਵਿਗੜ ਜਾਂਦਾ ਹੈ। ਸੂਬਿਆਂ ਅਤੇ ਸ਼ਹਿਰਾਂ ਦੇ ਅੰਦਰ ਹਾਲਾਤ ਵਿਗਾੜਨ ਲਈ, ਵਿਕਰੀ ਵਧਾਉਣ ਲਈ ਮਿਰਚ ਮਸਾਲਾ ਲਗਾ ਕੇ ਖਬਰਾਂ ਪੇਸ਼ ਕਰਨ ਵਾਲੀਆਂ ਅਖਬਾਰਾਂ ਵੀ ਹੁੰਦੀਆਂ ਹਨ। ਨਤੀਜੇ ਵਜੋਂ ਜਲੂਸ ਨਿਕਲਦੇ ਹਨ, ਪਥਰਾਓ ਹੁੰਦਾ ਹੈ, ਅੱਗਾਂ ਲੱਗਦੀਆਂ ਹਨ, ਗੋਲੀ ਚੱਲਦੀ ਹੈ ਅਤੇ ਕਰਫਿਊ ਲੱਗਦਾ ਹੈ। ਸਾਲਾਂ ਅਤੇ ਦਹਾਕਿਆਂ ਤੋਂ ਚੱਲੇ ਆਉਂਦੇ ਮਾਹੌਲ ਵਿਗਾੜੂ ਖਬਰ ਢੰਗਾਂ ਦੇ ਨਾਲ ਪਬਲਿਕ ਨੂੰ ਤਣਾਅਪੂਰਵਕ ਮਾਨਸਿਕ ਸਥਿਤੀ ਅੰਦਰ ਰਹਿਣ ਦੀ ਆਦਤ ਪੈ ਗਈ ਹੈ। ਜ਼ਰਾ ਕੋਈ ਗੱਲ ਹੋਈ, ਝੱਟ ਗਲੀਆਂ ਬਾਜ਼ਾਰਾਂ ਅੰਦਰ ਨਿਕਲ ਆਏ। ਮੋਬਾਈਲ ਫੋਨ ਅਤੇ ਦੋ ਪਹੀਆ ਮਸ਼ੀਨੀ ਗੱਡੀਆਂ ਪਲਾਂ ਵਿੱਚ ਮਾਹੌਲ ਨੂੰ ਉਬਾਲੇ ਉੱਤੇ ਲੈ ਆਉਂਦੇ ਹਨ। ਬਹੁਤ ਠਰਮੇ ਦੀ ਲੋੜ ਹੈ। ਬੇਅੰਤ ਧਰਮਾਂ ਅਤੇ ਡੇਰਿਆਂ ਦੇ ਨਾਮਾਂ ਉੱਤੇ ਲੁੱਟ ਦੇ ਬਾਜ਼ਾਰ ਖੁੱਲ੍ਹੇ ਹੋਏ ਹਨ। ਕੋਈ ਕਾਨੂੰਨ ਨਹੀਂ, ਕੋਈ ਰੋਕ ਟੋਕ ਨਹੀਂ, ਕੋਈ ਪੁੱਛ ਪੜਤਾਲ ਨਹੀਂ, ਕੋਈ ਹਿਸਾਬ ਕਿਤਾਬ ਨਹੀਂ, ਕੋਈ ਆਮਦਨ ਟੈਕਸ ਨਹੀਂ, ਕੋਈ ਟੈਕਸ ਧਾਵਾ ਨਹੀਂ। ਜਿੱਧਰ ਵੇਖੋ ਬਾਬੇ ਹੀ ਬਾਬੇ, ਡੇਰੇ ਹੀ ਡੇਰੇ। ਇੱਕ ਤਗੜੀ ਘਰੇਲੂ ਸਨਅਤ ਇਹਨਾਂ ਦੀਆਂ ਖਬਰਾਂ ਅਤੇ ਇਸ਼ਤਿਹਾਰ ਮੀਡੀਆ ਉੱਤੇ ਛਾਏ ਹੋਏ ਹਨ। ਇਹਨਾਂ ਦੀ ਪਹੁੰਚ ਹਰ ਉੱਚੇ ਅਫਸਰ ਅਤੇ ਵਜ਼ੀਰ ਤੱਕ ਹੈ। ਸਿਆਸੀ ਨੇਤਾ ਅੱਗੇ ਪਿੱਛੇ ਗੇੜੇ ਲਾਉਂਦੇ ਹਨ। ਕਿਧਰੇ ਇਲੈਕਸ਼ਨਾਂ ਵੇਲੇ ਬਾਬਾ ਜੀ ਦੇ ਆਸ਼ੀਰਵਾਦ ਖੁਣੋਂ ਵੋਟਾਂ ਹੀ ਨਾ ਖੁੱਸ ਜਾਣ। ਸਾਡੇ ਸਮਾਜ ਦੀ ਬੇਅੰਤ ਇਨਸਾਨੀ ਸ਼ਕਤੀ ਅਤੇ ਸਰਮਾਇਆ ਅਜਾਈ ਜਾ ਰਿਹਾ ਹੈ। ਉਸ ਤੋਂ ਵੀ ਉੱਪਰ ਤਬਾਹੀ ਹੋ ਰਹੀ ਹੈ ਮਨੋਬਿਰਤੀਆਂ ਵਿਗੜਨ ਦੀ। ਕਰੋੜਾਂ ਲੋਕ ਅੰਨੀ ਨਿਸ਼ਠਾ ਨਾਲ ਅਕਲ ਦੇ ਖਾਨੇ ਬੰਦ ਕਰੀ ਬੈਠੇ ਨੇ, ਜਿਨ੍ਹਾਂ ਨੂੰ ਕਰਮਾਂ ਦੇ ਫਲ ਦੀਆਂ ਬੇੜੀਆਂ ਕੁਝ ਵੇਖਣ ਸੁਣਨ ਨਹੀਂ ਦਿੰਦੀਆਂ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਪ੍ਰਚਾਰ ਕਰਨ ਵਾਲੇ ਗੋਲਕਾਂ ਭਰੀ ਅਤੇ ਲੁੱਟੀ ਜਾਂਦੇ ਹਨ। ਪਿੰਡ ਪਿੰਡ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਅਨਪੜ੍ਹ ਮਾਈਆਂ ਬੀਬੀਆਂ ਦੀ ਵੇਖੋ ਵੇਖੀ ਪੜ੍ਹੀਆਂ ਲਿਖੀਆਂ ਵੀ ਚਾੜੀ ਜਾਂਦੀਆਂ ਹਨ ਚੜਾਵੇ ਉੱਤੇ ਚੜਾਵਾ। ਮੀਡੀਆ ਕੀ ਕਰੇ? ਅਖਬਾਰਾਂ ਨੂੰ ਤਾਂ ਵਕਤ ਪਿਆ ਰਹਿੰਦਾ ਹੈ ਅਗਲੇ ਦਿਨ ਦਾ ਮਸਾਲਾ ਇਕੱਠਾ ਕਰਨ ਦਾ, ਅਖਬਾਰ ਭਰਨ, ਛਾਪਣ ਅਤੇ ਵੰਡਣ ਦਾ। ਸੋਚਣ ਸਮਝਣ ਅਤੇ ਵਿਸ਼ਲੇਸ਼ਣ ਕਰਨ ਦੀ ਵਿਹਲ ਕਿਸ ਕੋਲ ਹੈ? ਅਖਬਾਰ ਇੱਕ ਵੱਡਾ ਕਾਰੋਬਾਰ ਹੈ, ਬੇਅੰਤ ਆਮਦਨ ਅਤੇ ਸ਼ਕਤੀ ਦਾ ਸੋਮਾ ਹੈ। ਕੁੱਲ ਪਾਰਟੀਆਂ ਪਾਣੀ ਭਰਦੀਆਂ ਹਨ। ਇਸ ਵੱਡੀ ਮਸ਼ੀਨ ਦਾ ਇੱਕ ਇੱਕ ਪੁਰਜਾ ਸਮੇਂ ਸਿਰ ਚੱਲਦਾ ਹੈ। ਇਸ ਦੇ ਗੱਲੇ ਦੇ ਵਿੱਚ ਸਭ ਸੱਚ ਝੂਠ ਧੜਾ ਧੜ ਪਾਇਆ ਜਾਂਦਾ ਹੈ। ਮਸ਼ੀਨ ਵਿੱਚੋਂ ਲੰਘਦਾ ਲੰਘਦਾ ਖਿੱਲਰਦਾ ਮਸਾਲਾ ਸੰਵਰ ਕੇ ਨਿਖਰ ਕੇ ਖੂਬਸੂਰਤ ਸਫੇ ਬਣ ਕੇ ਨਿਕਲਦਾ ਅਤੇ ਪੈਕ ਹੋ ਕੇ ਦਿਨ ਚੜ੍ਹਨ ਤੋਂ ਪਹਿਲਾਂ ਘਰਾਂ ਦੀਆਂ ਦਹਲੀਜ਼ਾਂ ਉੱਤੇ ਪਹੁੰਚ ਜਾਂਦਾ ਹੈ। ਖਬਰਾਂ ਦੇ ਸੋਮੇ ਲਗਭਗ ਉਹੀ ਹੁੰਦੇ ਹਨ। ਇਸ ਲਈ ਕੁੱਲ ਅਖਬਾਰਾਂ ਅੰਦਰ ਉਹੀ ਖਬਰਾਂ ਹੁੰਦੀਆਂ ਹਨ। ਜੇ ਕੋਈ ਫਰਕ ਹੁੰਦਾ ਹੈ ਤਾਂ ਸੰਪਾਦਕੀਆਂ ਅਤੇ ਲੇਖਾਂ ਦੇ ਵਿੱਚ, ਉਹ ਵੀ ਬਹੁਤ ਜ਼ਿਆਦਾ ਨਹੀਂ।
ਇਸ ਦੇ ਕਈ ਕਾਰਨ ਹੋ ਸਕਦੇ ਹਨ। ਸੰਪਾਦਕ ਇੱਕ ਜਾਂ ਇੱਕ ਅੱਧਾ ਭਰੋਸੇਯੋਗ ਸਹਿਯੋਗੀ ਅਤੇ ਵਿਸ਼ੇ ਹਜ਼ਾਰ। ਹਰ ਰੋਜ਼ ਏਡਾ ਵੱਡਾ ਕਾਲਮ, ਜ਼ਾਹਰ ਹੈ ਕੋਈ ਅਕਲਮੰਦੀ ਦੀ ਮਸ਼ੀਨ ਇਸ ਕਾਲਮ ਨੂੰ ਇੰਜ ਨਹੀਂ ਭਰ ਸਕਦੀ ਜੋ ਰੋਜ਼ ਹਰ ਕਿਸੇ ਦੀਆਂ ਅੱਖਾਂ ਖੁੱਲ੍ਹਦੀਆਂ ਜਾਣ। ਕਈ ਪਰਚਿਆਂ ਦੀ ਸੋਚ ਸੌੜੀ ਹੁੰਦੀ ਹੈ। ਉਹਨਾਂ ਦੇ ਸੰਪਾਦਕੀ ਕਿਸੇ ਇੱਕ ਫਿਰਕੇ ਗੁੱਟ ਦੀ ਪ੍ਰਤੀਨਿਧਤਾ ਕਰਦੇ ਹਨ। ਉਹਨਾਂ ਲਈ ਵਾਦ ਵਿਵਾਦ ਖੜੇ ਕਰਨੇ ਅਤੇ ਕਾਲਮ ਭਰਨੇ ਨਿੱਤ ਦਾ ਕੰਮ ਹੈ। ਉਹਨਾਂ ਦੇ ਫਿਰਕੇਬੱਝ ਪਾਠਕ ਖੂਬ ਆਨੰਦ ਲੈਂਦੇ ਹਨ। ਦੇਸ਼ ਦੀ ਪੱਧਰ ਉੱਤੇ ਚੱਲਣ ਵਾਲੇ ਅਖਬਾਰ ਕਿਸੇ ਹੱਦ ਤੱਕ ਵੱਡੇ ਵੱਡੇ ਸਨਅਤੀ ਘਰਾਂ ਦੇ ਨਾਲ ਜੁੜੇ ਹੋਏ ਹਨ। ਬੇਅੰਤ ਸੂਬਿਆਂ ਵਿੱਚ ਇੱਕੋ ਸਮੇਂ ਛਪਦੇ ਹਨ, ਪਰ ਉਹਨਾਂ ਦੀ ਸੋਚ ਦੀ ਤਾਰ ਮਾਲਕਾਂ ਦੇ ਇਸ਼ਾਰੇ ਉੱਤੇ ਚੱਲਣ ਵਾਲੇ ਇੱਕ ਐਡੀਟਰ ਕੋਲ ਹੁੰਦੀ ਹੈ। ਉਹ ਜਾਂ ਉਸ ਦੇ ਕੋਈ ਮਾਤਹਿਤ ਸਹਿਯੋਗੀ ਇੱਕ ਅਜਿਹਾ ਸੋਚ ਦਾ ਧੁਰਾ ਬਣਾਉਂਦੇ ਹਨ ਕਿ ਐਡੀਟੋਰੀਅਲ ਪੜ੍ਹਨ ਤੋਂ ਪਹਿਲਾਂ ਹੀ ਸੂਝਵਾਨ ਪਾਠਕ ਜਾਣਦਾ ਹੈ ਕਿ ਕਿਸੇ ਖਾਸ ਵਿਸ਼ੇ ਉੱਤੇ ਸੰਪਾਦਕੀ ਨੇ ਕਿਹੜਾ ਰੁਖ ਅਪਣਾਉਣਾ ਹੈ। ਐਡੀਟਰ ਕੀ ਕਰਨ? ਪਾਠਕ ਤਾਂ ਲੱਖਾਂ ਹਨ। ਇਹ ਸੰਪਾਦਕੀ ਸਭਨਾਂ ਦੀਆਂ ਆਸ਼ਾਵਾਂ ਅਤੇ ਸੋਚਾਂ ਉੱਤੇ ਕਿਵੇਂ ਪ੍ਰਵਾਨ ਚੜ੍ਹ ਸਕਦੀ ਹੈ? ਐਡੀਟਰ ਕੋਈ ਰੱਬ ਤਾਂ ਨਹੀਂ ਜੋ ਹਰ ਸੱਚ ਝੂਠ ਦਾ ਨਿਤਾਰਾ ਕਰ ਸਕੇ। ਉਹ ਵੀ ਹਰ ਰੋਜ਼ ਆਂਢੀ ਗੁਆਂਢੀ ਜਾਂ ਦੂਰ ਪਾਰ ਦੇਸ਼ਾਂ ਦੀਆਂ ਨੀਤੀਆਂ ਦੇ ਉਲਟ ਨੇਤਾਵਾਂ ਦੀਆਂ ਧੂਆਂਧਾਰ ਤਕਰੀਰਾਂ ਲਈ ਆਮ ਤੌਰ 'ਤੇ ਸ਼ਲਾਘਾਯੋਗ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਕੋਈ ਸੰਤੁਲਨ ਜਾਂ ਅਮਨ ਦੀ ਗੱਲ ਨੂੰ ਉਠਾਉਣਾ ਕਾਇਰਤਾ ਨਾਲ ਤੁਲਨਾ ਕੀਤੇ ਜਾਣ ਦਾ ਡਰ ਰਹਿੰਦਾ ਹੈ। ਭਾਰਤੀ ਖਬਰ ਏਜੰਸੀਆਂ ਦੀ ਪਹੁੰਚ ਜ਼ਿਆਦਾਤਰ ਦੇਸ਼ ਦੇ ਅੰਦਰ ਹੀ ਹੈ। ਬਾਹਰਲੇ ਦੇਸ਼ਾਂ ਤੋਂ ਆਉਂਦੀਆਂ ਖਬਰਾਂ ਕੁਝ ਕੁ ਹੀ ਅੰਗਰੇਜ਼ੀ ਬੋਲਦਿਆਂ ਦੇਸ਼ਾਂ ਤੋਂ ਆਉਂਦੀਆਂ ਹਨ। ਛੋਟੇ ਵੱਡੇ ਲੇਖ ਵੀ ਇੱਥੋਂ ਆਉਂਦੇ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਘੋਖ ਦੇ ਇੰਨ ਬਿੰਨ ਚੇਪ ਦਿੱਤਾ ਜਾਂਦਾ ਹੈ। ਇਹ ਉਲਾਰ ਖਬਰਾਂ ਅਤੇ ਲੇਖਾਂ ਦਾ ਸਿਲਸਿਲਾ ਸਧਾਰਨ ਪਾਠਕਾਂ ਨੂੰ ਕਦੇ ਸਮਝ ਆਉਂਦਾ ਹੈ, ਕਦੇ ਨਹੀਂ। ਪਰ ਇਹਨਾਂ ਦੇ ਬਾਰ-ਬਾਰ ਵੱਖ-ਵੱਖ ਢੰਗਾਂ ਨਾਲ ਛਾਪੀ ਜਾਣ ਨਾਲ ਖਬਰਾਂ ਪ੍ਰਚਾਰ ਹੀ ਬਣ ਜਾਂਦੀਆਂ ਹਨ। ਜ਼ਾਹਰ ਹੈ ਕਿ ਸੰਪਾਦਕੀਆਂ ਉੱਤੇ ਵੀ ਬਾਰ-ਬਾਰ ਦੁਹਰਾਏ ਕੂੜ ਪ੍ਰਚਾਰ ਦੀ ਛਾਪ ਲੱਗ ਜਾਂਦੀ ਹੈ। ਕੀ ਫਰਕ ਪੈਂਦਾ ਹੈ? ਖਬਰਾਂ ਨਿੱਤ ਬਦਲਦੀਆਂ ਨੇ, ਪਰਚੇ ਚੱਲੀ ਜਾਂਦੇ ਨੇ। ਵੱਡੇ ਪਰਚਿਆਂ ਅਤੇ ਪਾਠਕਾਂ ਦੇ ਵਿਚਕਾਰ ਕੋਈ ਗਾੜਾ ਸੰਬੰਧ ਬਣਦਾ ਨਹੀਂ। ਐਡੀਟਰ ਨੂੰ ਲਿਖੀਆਂ ਚਿੱਠੀਆਂ ਵੀ ਕੇਵਲ ਉਹੀ ਛਪਦੀਆਂ ਹਨ ਜੋ ਸਾਡੇ ਦੇਸ਼ ਦੀ ਗਰਦਨ ਉੱਤੇ ਸਾਹ ਲੈਂਦੀਆਂ ਅੰਬੈਸੀਆਂ ਦੇ ਘੋਖਾਂ ਦੀ ਆਸ਼ਾ ਅਨੁਕੂਲ ਹੋਣ। ਨਹੀਂ ਤਾਂ ਮਾਲਕ ਸੰਤਾਂ ਦੇ ਵਪਾਰ ਅੰਦਰ ਵਿਘਨ ਪੈਣ ਦਾ ਖਤਰਾ ਹੁੰਦਾ ਹੈ। ਸੂਬਿਆਂ ਦੇ ਅੰਦਰ ਲੋਕਲ ਪਰਚਿਆਂ ਦੀ ਸਥਿਤੀ ਹੋਰ ਤਰ੍ਹਾਂ ਦੀ ਹੈ। ਵੱਡੇ ਪਰਚਿਆਂ ਦੇ ਸੰਪਾਦਕਾਂ ਦੇ ਟਾਕਰੇ ਲੋਕਲ ਪਰਚਿਆਂ ਦੇ ਸੰਪਾਦਕ ਸਭ ਦੇ ਜਾਣੇ ਪਹਿਚਾਣੇ ਹੁੰਦੇ ਹਨ ਅਤੇ ਬੇਅੰਤ ਨਿਕਟਵਰਤੀ ਹੁੰਦੇ ਹਨ। ਜ਼ਿਆਦਾਤਰ ਸੰਪਾਦਕ ਮਾਲਕ ਹਨ ਜਿਨ੍ਹਾਂ ਨੂੰ ਕੁੱਲ ਪਾਸਿਆਂ ਦੇ ਨੇਤਾਵਾਂ ਅਤੇ ਲੋਕਾਂ ਦੀਆਂ ਆਸ਼ਾਵਾਂ, ਭਾਵਨਾਵਾਂ ਅਤੇ ਉਮੀਦਾਂ ਉੱਤੇ ਪੂਰਾ ਉਤਰਨਾ ਪੈਂਦਾ ਹੈ। ਸੂਬਿਆਂ ਅਤੇ ਜ਼ਿਲ੍ਹਿਆਂ ਅੰਦਰੋਂ ਖਬਰਾਂ ਲੈਣ ਅਤੇ ਛਾਪਣ ਉੱਤੇ ਇਹਨਾਂ ਦਾ ਕੋਈ ਵੱਡਾ ਪਰਚਾ ਮੁਕਾਬਲਾ ਨਹੀਂ ਕਰ ਸਕਦਾ। ਇਹਨਾਂ ਪਰਚਿਆਂ ਦੀ ਬਹੁਪੱਖੀ ਸਮਾਜੀ, ਸਿਆਸੀ, ਧਾਰਮਿਕ ਅਤੇ ਸਾਹਿਤਕ ਸਰਗਰਮੀਆਂ ਨਾਲ ਸਾਂਝ ਰਹਿੰਦੀ ਹੈ ਅਤੇ ਇਹਨਾਂ ਅੰਦਰ ਲੋਕਾਂ ਦੇ ਦਿਲਾਂ ਦੀ ਧੜਕਣ ਪਹਿਚਾਨਣ ਦੀ ਸ਼ਕਤੀ ਹੈ। ਵਿਸ਼ੇਬੱਧ ਸਪੈਸ਼ਲ ਅੰਕ ਤਾਂ ਹੁਣ ਹਰ ਪਰਚੇ ਦਾ ਹਿੱਸਾ ਬਣ ਗਏ ਹਨ। ਇਸ਼ਤਿਹਾਰਾਂ ਦੀ ਬਹੁਤਾਤ ਪੜ੍ਹੇ ਜਾਣ ਵਾਲੇ ਮੈਟਰ ਨੂੰ ਕਾਫੀ ਘੁੱਟ ਕੇ ਰੱਖਦੀ ਹੈ। ਲੋਕਲ ਖਬਰਾਂ ਦੀ ਅਗਾੜੀ ਪਛਾੜੀ ਸਥਾਨਕੀਆਂ ਵਿੱਚ ਠੀਕ ਠਾਕ ਹੁੰਦੀ ਹੈ, ਪਰ ਵਿਦੇਸ਼ੀ ਖਬਰਾਂ ਅੰਦਰ ਬੇਅੰਤ ਉਲਾਰਪਣ ਰਹਿੰਦਾ ਹੈ। ਸ਼ਾਇਦ ਪਰਚਿਆਂ ਨੂੰ ਵਧੇਰੇ ਸਾਇੰਸੀ, ਸਿਆਸੀ, ਵਿੱਤੀ ਜਾਂ ਸਮਾਜੀ ਆਪਣੇ ਘੋਖਕਾਰ ਨਹੀਂ ਮਿਲਦੇ ਜੋ ਕੋਈ ਸੰਤੁਲਨ ਜਾਂ ਸੇਧ ਲਿਆ ਸਕਣ, ਅਤੇ ਜਾਂ ਫਿਰ ਸ਼ਾਇਦ ਸਭ ਠੀਕ ਚੱਲ ਰਿਹਾ ਹੈ। ਮੈਂ ਸਮਝਦਾ ਹਾਂ ਕਿ ਪੰਜਾਬ ਅੰਦਰ ਬੇਅੰਤ ਅਜਿਹੇ ਵਿਸ਼ੇਸ਼ੱਗ ਵਿਅਕਤੀ ਹਨ ਜੋ ਆਪਣੇ ਆਪਣੇ ਖੇਤਰ ਅੰਦਰੋਂ ਖੋਜ ਕਰਕੇ ਪੱਤਰਕਾਰੀ ਨੂੰ ਭਾਰਤ ਦੇ ਅੰਦਰ ਚੋਟੀ ਉੱਤੇ ਲਿਜਾ ਸਕਦੇ ਹਨ। ਗੱਲ ਉਹਨਾਂ ਨੂੰ ਇੱਕ ਵਾਰ ਮੌਕਾ ਦੇਣ ਅਤੇ ਆਰੇ ਲਾਉਣ ਦੀ। ਬੇਅੰਤ ਵਿਸ਼ੇ ਫੁੱਟ ਕੇ ਬਾਹਰ ਆਉਣਾ ਲੋਚਦੇ ਹਨ, ਪਰ ਉਸ ਪਾਸੇ ਬਿਰਤੀਆਂ ਨਹੀਂ ਲਈਆਂ ਜਾਂਦੀਆਂ। ਅਖਬਾਰ ਦਿਨੋਂ ਦਿਨ ਸਟੀਰੀਓਟਾਈਪ ਹੁੰਦੇ ਜਾ ਰਹੇ ਹਨ। ਤਾਜ਼ਗੀ ਘਟਦੀ ਜਾ ਰਹੀ ਹੈ। ਅੱਖਾਂ ਲੇਖਾਂ ਦੇ ਉੱਤੋਂ ਸਰਕਦੀਆਂ ਜਾਂਦੀਆਂ ਹਨ, ਟਿਕਦੀਆਂ ਨਹੀਂ, ਦਿਲ ਜੰਮਦਾ ਨਹੀਂ। ਨਿੱਤ ਆਉਂਦੀਆਂ ਬਦਲਦੀਆਂ ਖਬਰਾਂ ਅਤੇ ਰੁਝਾਨਾਂ ਨਾਲ ਲਗਾਤਾਰ ਜੋੜਨ ਨਾਲ
ਪਾਠਕਾਂ ਦਾ ਸਮੂਹ ਇੱਕ ਸੋਚ ਦਾ ਧੁਰਾ ਗ੍ਰਹਿਣ ਕਰ ਲੈਂਦਾ ਹੈ। ਚਾਹੀਦਾ ਹੈ ਕਿ ਇਸ ਦਾ ਰੁਖ ਦੇਸ਼ ਦੀ ਹਰ ਪਾਸਿਓਂ ਹੁੰਦੀ ਲੁੱਟ ਖਸੁੱਟ ਦੇ ਵਿਰੁੱਧ ਵਿੱਚ ਹੋਵੇ, ਅੰਦਰੋਂ ਬਾਹਰੋਂ ਵਿੱਤੀ ਹਮਲਿਆਂ ਨੂੰ ਸਮਝੇ, ਜ਼ਰਾਇਤੀ ਪੈਦਾਵਾਰ ਉਤੋਂ ਅਤੇ ਸਿਹਤ ਅਤੇ ਸਿੱਖਿਆ ਉਤੋਂ ਵਿਦੇਸ਼ੀ ਗਲਬੇ ਨੂੰ ਰੋਕੇ। ਭੂਗੋਲੀਕਰਨ ਦੀ ਆੜ ਹੇਠ ਸਾਡੀ ਸਨਅਤ ਅਤੇ ਜ਼ਰਾਇਤ ਦਾ ਕਤਰਾ ਕਰਨੋਂ ਰੋਕੇ। ਦੇਸ਼ ਅੰਦਰ ਫੁੱਟ ਪਾਊ ਸ਼ਕਤੀਆਂ ਦੀਆਂ ਚਾਲਾਂ ਸਮਝੇ ਤੇ ਰੋਕੇ। ਸਦਾ ਸੱਚ ਦਾ ਸਾਥ ਦੇਵੇ। ਅਖਬਾਰ ਦਾ ਖਬਰੀ ਅਤੇ ਸੰਪਾਦਕੀ ਢਾਂਚਾ ਇੱਕ ਤਰ੍ਹਾਂ ਦਾ ਚੌਖਟਾ ਹੁੰਦਾ ਹੈ, ਜਿਸ ਤੋਂ ਸ਼ੁਰੂ ਹੋ ਕੇ ਹਰ ਪਾਠਕ ਨੇ ਆਪਣੀ ਸੋਚ ਅਤੇ ਖੋਜ ਦੇ ਨਾਲ ਆਪਣਾ ਰਾਹ ਲੱਭਣਾ ਹੁੰਦਾ ਹੈ। ਜਿਹੋ ਜਿਹਾ ਪਾਠਕ ਉਹੋ ਜਿਹਾ ਅਖਬਾਰ, ਸਮੂਹਕ ਸੋਚ ਦਾ ਇੱਕ ਦੇਸੀ ਸ਼ੀਸ਼ਾ। ਜੋ ਮੰਗੋਗੇ ਸੋਈ ਪਾਓਗੇ। ਆਓ ਅਸੀਂ ਸਭਨਾਂ ਤੋਂ ਉੱਚੀਆਂ ਬੁਲੰਦੀਆਂ ਦੀ ਮੰਗ ਕਰੀਏ। ਸਮਾਂ ਸਮਝਣਾ ਮੰਗਦਾ ਹੈ। ਧਰਤੀ ਉੱਤੇ ਕੋਈ ਵੀ ਮਾਂ ਪਿਓ ਆਪਣੇ ਜਾਏ ਨੂੰ ਜੰਗ ਵਿੱਚ ਖਤਰੇ ਸਹੇੜਨ ਲਈ ਭੇਜਣ ਲਈ ਰਾਜ਼ੀ ਨਹੀਂ। ਦੁਨੀਆ ਦੀ ਉਤਪਾਦਨ ਸ਼ਕਤੀ ਇੰਨੀ ਵੱਧ ਗਈ ਹੈ ਕਿ ਹਰ ਇਨਸਾਨ ਨੂੰ ਤਸੱਲੀ ਬਖਸ਼ ਸਹੂਲਤਾਂ ਦੇ ਕੇ ਉਸ ਕੋਲੋਂ ਉਸ ਦੀ ਮਰਜ਼ੀ ਦਾ ਕੰਮ ਖੁਸ਼ੀ-ਖੁਸ਼ੀ ਲਿਆ ਜਾ ਸਕਦਾ ਹੈ। ਇਸ ਵੇਲੇ ਇੰਨੀ ਦੌਲਤ ਪੈਦਾ ਹੋ ਰਹੀ ਹੈ, ਨੋਟਾਂ ਵਾਲੀ ਨਹੀਂ ਬਲਕਿ ਖੁਰਾਕ ਅਤੇ ਵਰਤੋਂ ਦਾ ਸਮਾਨ, ਕਿ ਕੁੱਲ ਧਰਤੀ ਨੂੰ ਇੱਕ ਫੁਲਵਾੜੀ ਵਾਂਗ ਲਾੜ ਦੇ ਨਾਲ ਪਾਲ ਕੇ ਸਜਾਇਆ ਜਾ ਸਕਦਾ ਹੈ। ਧਰਤੀ ਦੇ ਕੁਦਰਤੀ ਵਸੀਲਿਆਂ ਨਾਲ ਬਿਨਾਂ ਜ਼ਹਿਰੀਲੀਆਂ ਦਵਾਈਆਂ ਅਤੇ ਹਾਨੀਕਾਰਕ ਕੀਮਿਆਈ ਖਾਦਾਂ ਦੇ ਚੋਖੀ ਅਤੇ ਵਧੀਆ ਖੁਰਾਕ ਪੈਦਾ ਕੀਤੀ ਜਾ ਸਕਦੀ ਹੈ। ਇੱਕ ਵੀ ਇਨਸਾਨ ਜਾਂ ਹੈਵਾਨ ਨੂੰ ਭੁੱਖਿਆਂ ਸੌਣ ਦੀ ਲੋੜ ਨਹੀਂ। ਦੁਨੀਆ ਇੱਕ ਪਿਆਰ, ਮੁਹੱਬਤ ਅਤੇ ਦੋਸਤੀ ਦਾ ਸਵਰਗ ਬਣ ਸਕਦਾ ਹੈ, ਜਿੱਥੇ ਕੁੱਲ ਨਵੀਆਂ ਖੋਜਾਂ ਜ਼ਿੰਦਗੀ ਨੂੰ ਲਗਾਤਾਰ ਹੁਸੀਨ ਤਰੀਨ ਮੰਜ਼ਲਾਂ ਵੱਲ ਲਿਜਾ ਸਕਦੀਆਂ ਹਨ। ਧਰਤੀ ਵਿੱਚ ਕੁਦਰਤੀ ਖਜ਼ਾਨੇ ਭਰਪੂਰ ਪਏ ਹਨ। ਉਹਨਾਂ ਪਿੱਛੇ ਝਗੜੇ ਲੜਾਈਆਂ ਦੀ ਉੱਕੀ ਲੋੜ ਨਹੀਂ ਹੈ। ਕੁਦਰਤੀ ਖਜ਼ਾਨਿਆਂ ਨੂੰ ਸਦਾ ਸਦਾ ਲਈ ਮਾਲਾ ਮਾਲ ਰੱਖਿਆ ਜਾ ਸਕਦਾ ਹੈ, ਜੇਕਰ ਹਰ ਟੁੱਟ ਭੱਜ ਨੂੰ ਸੰਭਾਲ ਕੇ ਰੀਸਾਈਕਲ ਕਰਕੇ ਮੁੜ ਨਵੇਂ ਸਿਰਿਓਂ ਵਰਤੋਂ ਵਿੱਚ ਲਿਆਂਦਾ ਜਾਵੇ। ਕੁਦਰਤੀ ਨਿਯਮਾਂ ਵਿੱਚ ਪਸ਼ੂ ਅਤੇ ਬਨਸਪਤੀ ਸੰਸਾਰ ਇੱਕ ਦੂਜੇ ਨੂੰ ਪਾਲ ਕੇ ਧਰਤੀ ਦੇ ਜੀਵਨ ਨਿਜ਼ਾਮ ਨੂੰ ਇੱਕ ਸੰਤੁਲਿਤ ਢੰਗ ਨਾਲ ਸਦਾ ਲਈ ਕਾਇਮ ਰੱਖ ਸਕਦੇ ਹਨ। ਪਰ ਹੁਣ ਇਸ ਨਿਜ਼ਾਮ ਅੰਦਰ ਇੱਕ ਗੈਰ ਕੁਦਰਤੀ ਹਰ ਤਰ੍ਹਾਂ ਦੀ ਬਨਸਪਤੀ ਪਸ਼ੂ ਸੰਸਾਰ ਦੀ ਹਾਨੀ ਕਰਨ ਲਈ ਆ ਗਈ ਹੈ, ਜਿਸ ਨੂੰ ਕਹਿੰਦੇ ਹਨ ਸੰਤਕਾਰੀ। ਸਨਅਤਕਾਰੀ ਵਿੱਚ ਲੋਭ, ਲੁੱਟ ਖਸੁੱਟ, ਧੋਖਾ ਫਰੇਬ ਅਤੇ ਹਰ ਪਾਸੇ ਤਬਾਹੀ ਕਰਨ ਦੀ ਸ਼ਕਤੀ ਹੈ। ਇਸ ਦਾ ਇੱਕੋ ਹੀ ਟੀਚਾ ਹੈ ਲੁੱਟ ਅਤੇ ਹੋਰ ਲੁੱਟ, ਅਤੇ ਇਹ ਸਰਪਟ ਭੱਜਦੀ ਹੈ ਇੱਕ ਬੇਲਗਾਮ ਘੋੜੇ ਵਾਂਗ, ਜਿਹੜੀ ਕੁੱਲ ਸਮਾਜ ਦੇ ਕਾਬੂ ਤੋਂ ਬਾਹਰ ਹੈ। ਬਨਸਪਤੀ ਅਤੇ ਪਸ਼ੂ ਸੰਸਾਰ, ਸਨਅਤਕਾਰੀ ਅਤੇ ਧਰਤੀ ਮਾਂ ਦੇ ਬੇਅੰਤ ਕੁਦਰਤੀ ਵਸੀਲਿਆਂ ਦਾ ਇੱਕ ਨਿਰੰਤਰ ਬੈਲੈਂਸ, ਸੰਤੁਲਨ ਰੱਖਣਾ ਅਤੇ ਅੰਤ ਜ਼ਰੂਰੀ ਹੈ। ਇਸ ਨੂੰ ਖਾਮੁਕਾ ਲੁਟਾ ਤਬਾਹ ਕਰਨ ਦੀਆਂ ਰੁਚੀਆਂ ਇੱਕ ਲੋਟੂ ਸਮਾਜ ਅਤੇ ਸੰਸਥਾਵਾਂ ਦੀਆਂ ਸੂਚਕ ਹਨ। ਲੋਟੂ ਸਮਾਜ ਨੂੰ ਗਾਲ ਕੱਢ ਕੇ ਹੱਥ ਝਾੜ ਕੇ ਬਹਿ ਜਾਣਾ ਕਾਫੀ ਨਹੀਂ ਹੈ। ਇਸ ਤਰ੍ਹਾਂ ਸਾਡੀ ਇਕੱਲੇ ਦੀ ਜ਼ਿੰਮੇਵਾਰੀ ਅਤੇ ਰਲ ਕੇ ਕੁੱਲ ਸਮਾਜ ਦੀ ਸਾਡੀਆਂ ਆਉਂਦੀਆਂ ਪੀੜ੍ਹੀਆਂ ਵੱਲ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਥੋਂ ਪਹਿਲੇ ਵੱਡੇ ਵਡੇਰਿਆਂ, ਰਾਜਿਆਂ, ਮਹਾਰਾਜਿਆਂ, ਹਕੂਮਤਾਂ ਆਦਿ ਨੇ ਆਮ ਤੌਰ ਤੇ ਅਮਨ ਚੈਨ, ਚੌ ਚਾਪੜ ਤਰੱਕੀ ਅਤੇ ਬੁਨਿਆਦੀ ਸੰਤੁਲਨ ਵੱਲ ਧਿਆਨ ਨਹੀਂ ਦਿੱਤਾ। ਸਾਡੇ ਪੀਰ ਪੈਗੰਬਰ ਤਾਂ ਕੇਵਲ ਇਸ਼ਾਰਿਆਂ, ਪਾਠਾਂ ਅਤੇ ਗ੍ਰੰਥਾਂ ਰਾਹੀਂ ਮਾਰਗ ਦਰਸ਼ਨ ਕਰਾਉਣ ਦੇ ਯਤਨ ਕਰਦੇ ਰਹੇ ਹਨ। ਅਖੀਰ ਵਿੱਚ ਵੇਖਦੇ ਹਾਂ ਕਿ ਸਭ ਧਰਮ ਕਾਰੋਬਾਰੀ, ਸਿਆਸੀ ਅਤੇ ਸਵਾਰਥੀ ਨੇਤਾਵਾਂ ਦੇ ਹੱਥ ਵਿੱਚ ਲੁਟੇਰ ਪੰਥ ਬਣ ਕੇ ਰਹਿ ਗਏ ਹਨ, ਜੋ ਇਨਸਾਨ ਨੂੰ ਜੋੜਨ ਦੀ ਥਾਂ ਤੋੜਨ ਲਈ ਵਰਤੇ ਜਾਂਦੇ ਹਨ। ਧਰਮੀ ਟੂਕਾਂ ਸਮਾਜਾਂ ਅੰਦਰ ਬਖੇੜੇ ਪਾਉਣ ਅਤੇ ਦੇਸ਼ਾਂ ਅੰਦਰ ਜੰਗਾਂ ਜਾਰੀ ਰੱਖਣ ਲਈ ਦਲੀਲਾਂ ਦੇ ਠੁੰਮਣੇ ਬਣ ਕੇ ਰਹਿ ਜਾਂਦੀਆਂ ਹਨ। ਦੁਨੀਆ ਵਿੱਚ ਜਿੱਥੇ ਵੀ ਜਾਓ, ਹਰ ਕਿਤੇ ਲੋਕ ਆਪਣੇ ਅਮੀਰ ਵਿਰਸੇ ਤੇ ਫਖਰ ਕਰਦੇ ਹਨ। ਅਮੀਰ ਪੱਛਮੀ ਦੇਸ਼ ਅਤੇ ਕੁੱਲ ਦੱਬੇ ਹੋਏ ਦੇਸ਼ਾਂ ਦੇ ਅੰਦਰ ਵਿਰਸੇ ਦਾ ਫਖਰ ਵੱਖਰੇ ਅੰਦਾਜ਼ ਵਾਲਾ ਹੈ। ਪੱਛਮੀ ਦੇਸ਼ਾਂ ਦੀਆਂ ਪ੍ਰਾਪਤੀਆਂ ਹਨ ਕੁੱਲ ਦੁਨੀਆ ਦੇ ਕੁਦਰਤੀ ਵਸੀਲਿਆਂ ਤੇ ਕਾਬੂ ਪਾਉਣਾ ਅਤੇ ਬਾਕੀ ਦੇ ਸਮੂਹ ਦੇਸ਼ਾਂ ਉੱਤੇ ਸਿੱਧਾ ਰਾਜ ਕਰਨਾ, ਬਸਤੀਵਾਦ
ਅਤੇ ਅਸਿੱਧੇ ਆਪਣੇ ਹੱਥ ਠੋਕਿਆਂ ਰਾਹੀਂ ਰਾਜ ਕਰਨਾ ਨਵ ਬਸਤੀਵਾਦ। ਇੱਕ ਦੇਸ਼ ਦਾ ਕਿਸੇ ਦੂਜੇ ਦੇਸ਼ ਉੱਤੇ ਰਾਜ ਕਰਨ ਦਾ ਕੋਈ ਮਤਲਬ ਨਹੀਂ ਨਿਕਲਦਾ। ਦਰਅਸਲ ਇਹ ਕੁੱਲ ਕੰਟਰੋਲ ਉਹਨਾਂ ਵੱਲੋਂ ਆਪਣੇ ਦੇਸ਼ਾਂ ਦੀਆਂ ਈਸਟ ਇੰਡੀਆ ਕੰਪਨੀਆਂ ਵਾਸਤੇ ਕੀਤੇ ਜਾਂਦੇ ਹਨ। ਪੱਛਮੀ ਹਕੂਮਤਾਂ ਆਪਣੀਆਂ ਕੰਪਨੀਆਂ ਪਿੱਛੇ ਕੁਝ ਆਪਣਿਆਂ ਅਤੇ ਲੱਖਾਂ ਹੀ ਬੇਗਾਨਿਆਂ ਦੀਆਂ ਜਾਨਾਂ ਦੀ ਆਹੂਤੀ ਕਿਉਂ ਲਈ ਜਾ ਰਹੀਆਂ ਹਨ? ਇਸ ਲਈ ਕਿ ਕੰਪਨੀਆਂ ਦੀ ਹਕੂਮਤ ਉੱਤੇ ਕਾਬਜ਼ ਰਹਿਣ। ਦੇਸ਼ ਦੇ ਨੇਤਾ ਤਾਂ ਕੇਵਲ ਵਰਤੋਂ ਸੁੱਟੋ ਟਾਇਲਟ ਪੇਪਰ ਹਨ। ਇਹ ਕਾਬਜ਼ ਦੇਸ਼ ਮਹਾਨ ਲੋਕਤੰਤਰਾਂ ਦੇ ਨਾਮ ਨਾਲ ਜਾਣੇ ਜਾਂਦੇ ਹਨ, ਮਹਾਨ ਡੈਮੋਕ੍ਰੇਸੀਆਂ। ਬਾਕੀ ਦੁਨੀਆ ਅੰਦਰ ਉਹਨਾਂ ਦੀ ਛਤਰ ਛਾਇਆ ਹੇਠ ਔਖੇ ਸਾਹ ਲੈਂਦੇ ਦੇਸ਼ਾਂ ਨੂੰ ਡੈਮੋਕ੍ਰੇਸੀਆਂ ਕਹਿੰਦੇ ਹਨ। ਜਿਹੜੇ ਦੇਸ਼ ਆਪਣੀ ਆਜ਼ਾਦੀ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਲਈ ਚੋਣਵੇਂ ਸ਼ਬਦ ਹਨ ਬਦੀ ਦੇ ਧੁਰੇ ਅਤੇ ਅੱਤਵਾਦੀ ਡਿਕਟੇਟਰਸ਼ਿਪ ਆਦਿ। ਅੱਜ ਕੱਲ੍ਹ ਇਸ ਲਿਸਟ ਵਿੱਚ ਮੋਟੇ ਨਾਮ ਹਨ ਈਰਾਨ, ਉੱਤਰੀ ਕੋਰੀਆ, ਵੈਨਜ਼ੂਏਲਾ ਅਤੇ ਕਿਊਬਾ। ਇਹ ਨਾਮ ਬਾਰ-ਬਾਰ ਉਛਾਲੇ ਜਾ ਰਹੇ ਹਨ ਕਿਉਂਕਿ ਪੱਛਮੀ ਸਾਮਰਾਜ ਦੀ ਸਿੱਧੀ ਹਮਲਾਵਰੀ ਮਿਹਰਬਾਨ ਨਜ਼ਰ ਇਹਨਾਂ ਯਤੀਮ ਜਿਹੇ ਦੇਸ਼ਾਂ ਵੱਲ ਹੈ। ਪੱਛਮੀ ਸਾਂਝੀ ਫੌਜੀ ਮਸ਼ੀਨ ਜਿੱਥੋਂ ਦੀ ਲੰਘ ਜਾਂਦੀ ਹੈ, ਸਭ ਕੁਝ ਦਰੜ ਜਾਂਦੀ ਹੈ। ਲੋਕਾਂ ਨੂੰ, ਬਸਤੀਆਂ ਨੂੰ, ਸ਼ਹਿਰਾਂ ਨੂੰ, ਵਿਰਸੇ ਨੂੰ ਅਤੇ ਕੁਦਰਤ ਨੂੰ। ਇਸ ਦੇ ਵਹਿਸ਼ੀਪਣ ਨੂੰ ਸਮਝਣ ਲਈ ਸਭ ਨੂੰ ਆਪਣੇ ਦਿਮਾਗ ਦੇ ਅੰਦਰ ਇੱਕ ਵੱਖਰਾ ਖਾਨਾ ਖੋਲ੍ਹਣਾ ਪੈਣਾ ਹੈ। ਪਿਛਲੇ ਕਈ ਸਾਲਾਂ ਅੰਦਰ ਜੋ ਬਰਬਾਦੀ ਫਲਸਤੀਨ, ਲੈਬਨਾਨ, ਅਫਗਾਨਿਸਤਾਨ ਅਤੇ ਇਰਾਕ ਅੰਦਰ ਹੋਈ ਹੈ, ਜੇ ਅਸੀਂ ਅੱਖੋਂ ਪਰੋਖੇ ਕਰ ਗਏ ਤਾਂ ਸਾਡੀ ਇੱਕ ਜਾਨਲੇਵਾ ਭੁੱਲ ਹੋਵੇਗੀ। ਇਸ ਖੂਨੀ ਜੰਗੀ ਮਸ਼ੀਨ ਦੇ ਪੰਜੇ ਬਲੈਕ ਟਾਵਰ ਕੰਪਨੀ ਦੇ ਭਾੜੇ ਦੇ ਕਾਤਲ ਅੱਜ ਕੱਲ੍ਹ ਪਾਕਿਸਤਾਨੀ ਸ਼ਹਿਰਾਂ ਅੰਦਰ ਕਾਰਵਾਈਆਂ ਕਰ ਰਹੇ ਹਨ। ਸਾਡੇ ਨਾਲ ਲੱਗਦੇ ਸਰਹੱਦੋਂ ਪਾਰ ਸ਼ਹਿਰ ਲਾਹੌਰ ਅੰਦਰ ਭਿਆਨਕ ਵਿਸਫੋਟ ਹੋ ਚੁੱਕੇ ਹਨ। ਪਾਕਿਸਤਾਨੀ ਸਰਕਾਰ ਪ੍ਰਧਾਨ ਅਤੇ ਉਸ ਦੀ ਫੌਜ ਅਤੇ ISI ਨਾਟੋ ਦੇ 40 ਚੋਰ ਵੱਡੇ ਸਰਦਾਰ ਦੀ ਜੇਬ ਵਿੱਚ ਹਨ। ਹੁਣ ਤਾਂ ਇਹ ਸਾਫ਼ ਹੀ ਦਿਸ ਰਿਹਾ ਹੈ ਕਿ ਉਸ ਦੇਸ਼ ਦਾ ਤਾਂ ਰੱਬ ਹੀ ਰਾਖਾ ਹੈ। ਤਬਾਹਕਾਰ ਪੱਛਮੀ ਮਸ਼ੀਨ ਜਦੋਂ ਸਾਡੇ ਦੇਸ਼ ਵੱਲ ਵੇਖਦੀ ਹੈ ਤਾਂ ਉਸ ਸਮੇਂ ਉਹ ਅੰਨੀ ਤਾਂ ਨਹੀਂ ਹੁੰਦੀ। ਉਸ ਦੀਆਂ ਕਾਰਸਤਾਨੀਆਂ ਓਨੀ ਦੇਰ ਗੁੱਝੀਆਂ ਰਹਿਣਗੀਆਂ ਜਦੋਂ ਤੱਕ ਉਹ ਸਕੀਮਾਂ ਨੂੰ ਅਮਲ ਵਿੱਚ ਨਹੀਂ ਲੈ ਆਉਂਦੀ। ਪਾਠਕ ਜੀ, ਹੁਣ ਸਮਾਂ ਆ ਗਿਆ ਹੈ ਕਿ ਆਪਣੇ ਅੰਦਰਲੇ ਕੁੰਭਕਰਨ ਨੂੰ ਚੂੰਡੀ ਵੱਢ ਕੇ ਜਗਾਇਆ ਜਾਵੇ। ਸਭ ਤੋਂ ਪਹਿਲਾਂ ਦੁਨੀਆ ਦਾ ਇੱਕ ਵਿਚਲੇ ਸਾਈ ਦਾ ਨਕਸ਼ਾ ਲੈ ਕੇ ਆਪਣੇ ਘਰ ਦੇ ਅੰਦਰ ਸ਼ਿੰਗਾਰ ਲਵੋ। ਅੱਗੇ ਤਾਂ ਅਸੀਂ ਸਕੂਲ ਦੀ ਕਲਾਸ ਪਾਸ ਕਰਨ ਲਈ ਨਕਸ਼ਾ ਵੇਖਦੇ ਸਾਂ। ਹੁਣ ਸਾਨੂੰ ਆਪਣੇ ਪਰਿਵਾਰ, ਆਪਣੇ ਦੇਸ਼, ਗੁਆਂਢੀ ਦੇਸ਼ ਅਤੇ ਦੁਨੀਆ ਨੂੰ ਸਮਝਣ ਅਤੇ ਬਚਾਉਣ ਲਈ ਪੜ੍ਹਨਾ ਹੀ ਨਹੀਂ, ਸਗੋਂ ਘੋਖਣਾ ਪਵੇਗਾ। ਸਾਡੇ ਆਲੇ ਦੁਆਲੇ ਝੁੱਲਦੀ ਜੰਗੀ ਹਨੇਰੀ ਨੇ ਵਾਹਗਾ ਬਾਰਡਰ ਉੱਤੇ ਨਹੀਂ ਰੁਕ ਜਾਣਾ। ਸਾਡੇ ਪਾਸੇ ਵੀ ਇੱਕ ਹਨੇਰੀ ਝੁੱਲੀ ਹੋਈ ਹੈ, ਵਿੱਤੀ, ਸਮਾਜੀ, ਸਿਆਸੀ ਅਤੇ ਰੂਹਾਨੀ। ਰੱਬ ਕਰੇ ਇਹ ਦੋਵੇਂ ਹਨੇਰੀਆਂ ਕਿਤੇ ਜੱਫੀ ਨਾ ਪਾ ਲੈਣ। ਅੱਜ ਦੇ ਬੱਚੇ ਅਤੇ ਜਵਾਨ ਜੇ ਸੱਚਮੁੱਚ ਪੜ੍ਹੇ ਹੋਣ ਤਾਂ ਦੁਨੀਆ ਦੇ ਨਕਸ਼ੇ ਨੂੰ ਸੌਖਾ ਪੜ੍ਹ ਸਕਦੇ ਹਨ। ਜੇ ਆਪ ਨੂੰ ਪਤਾ ਨਾ ਲੱਗੇ ਤਾਂ ਉਹਨਾਂ ਦੀ ਮਦਦ ਲੈ ਲੈਣੀ ਚਾਹੀਦੀ ਹੈ। ਜੇ ਪੈਗੰਬਰਾਂ ਦੇ ਕਥਨਾਂ ਅਨੁਸਾਰ ਅਸਾਂ ਆਪਣੀ ਜ਼ਿੰਦਗੀ ਸਕਾਰਤ ਕਰਨੀ ਹੈ ਤਾਂ ਹਰ ਪ੍ਰਾਣੀ ਨੂੰ, ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ, ਕਿੰਨੀ ਵੀ ਸਮਝ ਦਾ ਮਾਲਕ ਹੋਵੇ, ਆਪਣੇ ਅੰਦਰ ਇੱਕ ਸੋਚ ਦਾ ਸੂਰਜ ਪੈਦਾ ਕਰਨਾ ਪੈਣਾ ਹੈ। ਸੋਚ ਦਾ ਸੂਰਜ ਬਸ ਇੰਨਾ ਹੀ ਹੈ ਕਿ ਜਦੋਂ ਕੋਈ ਅਮਨ ਵਿਰੋਧੀ ਦੇਸੀ ਜਾਂ ਵਿਦੇਸੀ ਕਾਰਵਾਈ ਦੀ ਖਬਰ ਪੜ੍ਹੀਏ ਤਾਂ ਇਹ ਸੋਚੀਏ ਜਿਸ ਦੇ ਨਾਂ ਇਹ ਕਾਰਵਾਈ ਮੜੀ ਜਾ ਰਹੀ ਹੈ ਉਸ ਨੂੰ ਇਸ ਦਾ ਕੀ ਫਾਇਦਾ ਹੋਇਆ ਹੈ ਜਾਂ ਹੋਵੇਗਾ। ਦੁਨੀਆ ਦੇ ਅੰਦਰ ਹੁੰਦੀਆਂ ਕੁੱਲ ਘਟਨਾਵਾਂ ਕਿਸੇ ਹਾਦਸੇ ਨਾਲ ਨਹੀਂ ਹੁੰਦੀਆਂ, ਬਲਕਿ ਕਰਵਾਈਆਂ ਜਾਂਦੀਆਂ ਹਨ। ਇੰਜ ਜਿਵੇਂ ਸਟੇਜ ਦੇ ਉੱਤੇ ਨਾਟਕ ਖੇਡਿਆ ਜਾਂਦਾ ਹੈ। ਇੱਕ ਮਹਾਂ ਖੁਫੀਆ ਸੰਸਥਾ ਹੈ ਜਿਸ ਨੇ ਧਰਤੀ ਦੀ ਇੱਕੋ ਇੱਕ ਮਹਾਸ਼ਕਤੀ ਅਤੇ ਉਸ ਦੇ ਕੁੱਲ ਨਾਟੋ ਛਾਟੋ ਚਮਚਾ ਦੇਸ਼ਾਂ ਦੀਆਂ ਬੈਂਕਿੰਗ ਸੇਵਾਵਾਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਇਸ ਸੰਸਥਾ ਨੂੰ ਕਹਿੰਦੇ ਹਨ ਇਲੂਮੀਨਾਟੀ, ਭਾਵ ਚਾਨਣ ਬਰਦਾਰ। ਕੁੱਲ ਦੁਨੀਆ ਅੰਦਰ ਇਸ ਬਦ ਸੰਸਥਾ ਨੇ 1976 ਤੋਂ ਭੜਥੂ ਪਾਇਆ ਹੋਇਆ ਹੈ। ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੋਵੇਂ ਇਸੇ ਦੀਆਂ ਚਤੁਰਾਈਆਂ ਨੇ ਸ਼ਤਰੰਜ ਦੀ ਖੇਡ ਵਾਂਗ ਖੇਡੀਆਂ ਸਨ। ਹੁਣ ਤੀਜੀ ਵਿਸ਼ਵ ਜੰਗ ਲਈ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।
ਇਸ ਸੰਸਥਾ ਦੀ ਵਾਇਰਸ ਇਨਸਾਨੀ ਮਾਹਰਾਂ, ਸਾਇੰਸਦਾਨਾਂ, ਉੱਚੇ ਕਾਰੋਬਾਰੀਆਂ ਅਤੇ ਸਨਅਤਕਾਰਾਂ ਦੀ ਸ਼ਕਲ ਵਿੱਚ ਸਰਕਾਰਾਂ ਦੇ ਫੈਸਲਾਕੁਨ ਇਰਾਦਿਆਂ ਅੰਦਰ ਘੁਸਪੈਠ ਕਰਕੇ ਦੇਸ਼ਾਂ ਨੂੰ ਸਿਉਂਕ ਵਾਂਗ ਖਾਈ ਜਾ ਰਹੀ ਹੈ। ਸਾਡੇ ਦੇਸ਼ ਅੰਦਰ ਵੀ ਕਿਤੇ ਨਾ ਕਿਤੇ ਇਹ ਸਿਉਂਕ ਲਾਜ਼ਮੀ ਲੱਗੀ ਹੋਈ ਹੈ। ਕਿੰਨਿਆਂ ਕੁ ਨੇ ਇਲੂਮੀਨਾਟੀ ਦਾ ਨਾਮ ਸੁਣਿਆ ਹੈ। ਇਹ ਤਾਂ ਸਦਾ ਹੀ ਮਹਾਂ ਖੁਫੀਆ ਸੰਸਥਾ ਰਹੀ ਹੈ। ਕੇਵਲ ਪਿਛਲੇ ਕੁਝ ਸਾਲਾਂ ਅੰਦਰ ਇੰਟਰਨੈਟ ਰਾਹੀਂ ਮਸਾਂ ਹੀ ਇਸ ਦਾ ਭਾਂਡਾ ਫੁੱਟਣਾ ਸ਼ੁਰੂ ਹੋਇਆ ਹੈ। ਜੇ ਅਸੀਂ ਹੁਣ ਵੀ ਆਪਣੀਆਂ ਅੱਖਾਂ ਚੰਗੀ ਤਰ੍ਹਾਂ ਖੋਲ੍ਹ ਲਈਏ ਤਾਂ ਇਸ ਬੱਧ ਸੰਸਥਾ ਦੇ ਡੂੰਘੇ ਮਨਸੂਬੇ ਜਲਦੀ ਹੀ ਸਮਝ ਵਿੱਚ ਆਉਣੇ ਸ਼ੁਰੂ ਹੋਣਗੇ। ਕਿਤਾਬ ਸੱਚ ਦੀ ਭਾਲ ਵਿੱਚ, ਲੇਖਕ ਦਲਜੀਤ ਸਿੰਘ, ਭਾਗ ਦੂਜਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।